ਸਤਿ ਸ਼੍ਰੀ ਅਕਾਲ ਜੀ। ਕਿਤਾਬ ਰਾਹ ਰਸਤੇ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਤੀਜਾ ਲੇਖ, ਜੇ ਕੁਝ ਗਵਾਉਣਾ ਹੈ ਤਾਂ ਆ ਜਾਣਾ। ਅਜੋਕੇ ਮਨੁੱਖ ਵਿੱਚੋਂ ਪ੍ਰੇਮ ਦੇ ਝਰਨੇ ਸੁੱਕ ਗਏ ਹਨ। ਇਸੇ ਕਾਰਨ ਉਹ ਪਰੇਸ਼ਾਨ ਅਤੇ ਦੁਖੀ ਹੈ। ਸੰਸਾਰ ਵਿੱਚ ਸੰਸਾਰ ਦੇ ਭਲੇ ਲਈ ਜੋ ਸਰਵੋਤਮ ਗੱਲਾਂ ਜਾਣੀਆਂ ਜਾਂ ਕਹੀਆਂ ਗਈਆਂ ਹਨ, ਉਹਨਾਂ ਤੋਂ ਜਾਣੂ ਹੋਣਾ ਹੀ ਮਨੁੱਖ ਦਾ ਧਰਮ ਹੈ। ਧਰਮ ਦੀ ਪ੍ਰੀਖਿਆ ਸੰਸਾਰ ਵਿੱਚ ਰਹਿ ਕੇ ਹੀ ਦਿੱਤੀ ਜਾ ਸਕਦੀ ਹੈ। ਇਸ ਜੀਵਨ ਵਿੱਚ ਉਹੀ ਕੁਝ ਤੁਹਾਡਾ ਹੈ ਜਿਸ ਨੂੰ ਤੁਸੀਂ ਆਪਣੇ ਯਤਨ ਨਾਲ ਜਾਣ ਲਿਆ ਹੈ ਅਤੇ ਆਪਣੇ ਅਨੁਭਵ ਨਾਲ ਪਰਖ ਲਿਆ ਹੈ। ਅਨੁਭਵ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਇਹੀ ਰਹੱਸਵਾਦੀ ਬੁਨਿਆਦ ਹੈ, ਇਹੀ ਧਰਮ ਦਾ ਮੂਲ ਹੈ। ਅਸੀਂ ਚਮਕਦੇ ਸੂਰਜ ਨੂੰ ਸਿੱਧਿਆਂ ਨਹੀਂ ਵੇਖ ਸਕਦੇ, ਉਸ ਦੀ ਰੌਸ਼ਨੀ ਨੂੰ ਸਭਨੀ ਥਾਈਂ ਵੇਖ ਸਕਦੇ ਹਾਂ। ਇਵੇਂ ਹੀ ਅਸੀਂ ਪਰਮਾਤਮਾ ਨੂੰ ਨਹੀਂ ਵੇਖ ਸਕਦੇ, ਪਰ ਅਸੀਂ ਉਸ ਦੀ ਕੁਦਰਤ ਨੂੰ ਹਰ ਥਾਂ ਵੇਖ ਸਕਦੇ ਹਾਂ। ਜਿੱਥੇ ਪ੍ਰੇਮ ਦੀ ਗੱਲ ਹੋਵੇਗੀ, ਉੱਥੇ ਰੱਬ ਦਾ ਜ਼ਿਕਰ ਵੀ ਹੋਵੇਗਾ। ਜਿਸ ਨੂੰ ਅਸੀਂ ਰੱਬ ਦਾ ਹੁਕਮ ਕਹਿੰਦੇ ਹਾਂ, ਵਾਸਤਵ ਵਿੱਚ ਉਹ ਸਾਡੀ ਆਪਣੀ ਹੀ ਆਤਮਾ ਦੀ ਆਵਾਜ਼ ਹੁੰਦੀ ਹੈ। ਪ੍ਰੇਮ ਅੰਦਰੋਂ ਪ੍ਰਕਾਸ਼ਮਾਨ ਹੋਣ ਦੀ ਕਿਰਿਆ ਹੈ। ਧਰਮ ਆਪਣਾ ਸੂਰਜ ਆਪ ਬਣਨ ਦਾ ਕਾਰਜ ਹੈ। ਹੋ ਸਕਦਾ ਹੈ ਕੁਝ ਲੋਕਾਂ ਨੂੰ ਪਰਮਾਤਮਾ ਨੂੰ ਸਵੀਕਾਰ ਕਰਨ ਵਿੱਚ ਪਰੇਸ਼ਾਨੀ ਜਾਂ ਝਿਜਕ ਹੋਵੇ, ਪਰ ਆਤਮਾ ਨੂੰ ਸਵੀਕਾਰਨ ਵਿੱਚ ਉਹਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਹੁੰਦੀ। ਪਰਮਾਤਮਾ ਉਹਨਾਂ ਲਈ ਹੈ ਜਿਹੜੇ ਆਪਣੀ ਆਤਮਾ ਪ੍ਰਤੀ ਸੁਚੇਤ ਹਨ। ਜਿਹੜਾ ਪਰਮਾਤਮਾ ਦੀ ਛੋਹ ਚਾਹੁੰਦਾ ਹੈ, ਉਸੇ ਲਈ ਪਰਮਾਤਮਾ ਸਾਕਾਰ ਹੈ। ਬੁੱਧ ਨਾਸਤਕ ਇਸ ਲਈ ਕਹੇ ਗਏ ਹਨ ਕਿਉਂਕਿ ਉਹ ਵੇਦਾਂ ਨੂੰ ਨਹੀਂ ਮੰਨਦੇ ਸਨ। ਉਹਨਾਂ ਦਾ ਸੰਦੇਸ਼ ਸੀ ਕਿ ਕਿਸੇ ਨੂੰ ਨਾ ਮੰਨੋ, ਆਪਣੇ ਅਨੁਭਵ ਨਾਲ ਜਾਣੋ। ਉਹਨਾਂ ਨੇ ਕਿਹਾ ਸੀ ਕਿ ਜੀਵਤ ਪ੍ਰਾਣੀ ਕੋਮਲ, ਨਰਮ ਅਤੇ ਗਰਮ ਹੁੰਦਾ ਹੈ, ਜਦੋਂ ਕਿ ਮਿੱਤਰਕ ਦੇਹ ਕਠੋਰ ਅਤੇ ਠੰਡੀ ਹੁੰਦੀ ਹੈ। ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਵਿਖਾਈ ਦੇਵੇਗਾ ਕਿ ਮਨੁੱਖ ਕੁਦਰਤ ਦਾ ਹੀ ਹਿੱਸਾ ਹੈ। ਕੁਦਰਤ ਨਾਲ ਮਨੁੱਖ ਭਾਵੇਂ ਕਿਤਨਾ ਹੀ ਸੰਘਰਸ਼ ਕਰ ਲਵੇ, ਉਸ ਦੀ ਕੁਦਰਤ ਉੱਤੇ ਜਿੱਤ ਦੀ ਇੱਛਾ ਇੱਕ ਭਰਮ ਹੀ ਰਹੇਗੀ। ਧਰਮ ਦਾ ਜਨਮ ਪ੍ਰਕਿਰਤੀ ਦੇ ਰਹੱਸਾਂ ਵਿੱਚੋਂ ਹੋਇਆ ਹੈ। ਧਰਮ ਮਨੁੱਖ ਨੂੰ ਜੋੜਦਾ ਹੈ, ਰਾਜਨੀਤੀ ਮਨੁੱਖ ਨੂੰ ਨਿਖੇੜਦੀ ਹੈ। ਜਦੋਂ ਅਸੀਂ ਅਗਿਆਨਤਾ ਵਸ ਕਹਿੰਦੇ ਹਾਂ ਕਿ ਧਰਮ ਕਈ ਜੰਗਾਂ ਯੁੱਧਾਂ ਦਾ ਕਾਰਨ ਬਣਿਆ ਹੈ, ਉਸ ਸਮੇਂ ਅਸੀਂ ਧਰਮ ਦੀ ਮੂਲ ਭਾਵਨਾ ਤੋਂ ਬੇਮੁਖ ਹੋ ਰਹੇ ਹੁੰਦੇ ਹਾਂ, ਕਿਉਂਕਿ ਅਸੀਂ ਧਰਮ ਅਤੇ ਰਾਜਨੀਤੀ ਨੂੰ ਇੱਕ ਹੀ ਵਰਤਾਰਾ ਸਮਝ ਰਹੇ ਹੁੰਦੇ ਹਾਂ। ਧਰਮ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਵੱਖ-ਵੱਖ ਧਰਮ ਵੱਖ-ਵੱਖ ਭੂਗੋਲਿਕ ਸਥਿਤੀਆਂ ਦੇ ਸਿਰਜੇ ਵਿਭਿੰਨ ਰੂਪ ਹਨ। ਜਗਿਆਸਾ ਧਰਮ ਦੀ ਬੁਨਿਆਦ ਹੈ। ਮਨੁੱਖ ਕਿਸੇ ਦਾ ਆਸਰਾ ਲੈ ਕੇ ਨਿਸ਼ਚਿੰਤ ਹੋ ਜਾਣਾ ਚਾਹੁੰਦਾ ਹੈ। ਇਸੇ ਭਾਵਨਾ ਵਿੱਚੋਂ ਪਰਮਾਤਮਾ ਦਾ ਸੰਕਲਪ ਉਪਜਿਆ ਹੈ। ਧਰਮ ਕਹਿੰਦਾ ਹੈ, ਉਸ ਦਾ ਆਸਰਾ ਲਓ ਜਿਸ ਨੂੰ ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ। ਕਹਿੰਦੇ ਹਨ ਕਿ ਇੱਕ ਵਾਰੀ ਤਾਨਸੇਨ ਨੇ ਜਦੋਂ ਅਕਬਰ ਸਾਹਮਣੇ ਗਾਇਆ ਤਾਂ ਪ੍ਰਭਾਵਿਤ ਹੋ ਕੇ ਬਾਦਸ਼ਾਹ ਨੇ ਸੋਚਿਆ ਕਿ ਜੇ ਸ਼ਾਗਿਰਦ ਅਜਿਹਾ ਹੈ ਤਾਂ ਉਸਤਾਦ ਕਿਹੋ ਜਿਹਾ ਹੋਵੇਗਾ। ਜਦੋਂ ਅਕਬਰ ਤਾਨਸੇਨ ਦੇ ਉਸਤਾਦ ਹਰੀਦਾਸ ਕੋਲ ਗਿਆ ਤਾਂ ਉਸਤਾਦ ਨੇ ਜਦੋਂ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਜਾਦੂ ਹੋ ਗਿਆ। ਅਕਬਰ ਨੇ ਤਾਨਸੇਨ ਨੂੰ ਪੁੱਛਿਆ, ਤੇਰਾ ਸੰਗੀਤ ਇਸ ਉਚਾਈ ਤੇ ਕਿਉਂ ਨਹੀਂ ਅੱਪੜਦਾ? ਤਾਨਸੇਨ ਨੇ ਕਿਹਾ, ਹਜੂਰ ਸਪਸ਼ਟ ਹੈ, ਮੈਂ ਬਾਦਸ਼ਾਹ ਲਈ ਗਾਉਂਦਾ ਹਾਂ। ਮੇਰਾ ਉਸਤਾਦ ਬਾਦਸ਼ਾਹਾਂ ਦੇ ਬਾਦਸ਼ਾਹ ਲਈ ਗਾਉਂਦਾ ਹੈ। ਮੈਂ ਸਰੀਰ ਨਾਲ ਗਾਉਂਦਾ ਹਾਂ, ਮੇਰਾ ਉਸਤਾਦ ਆਤਮਾ ਨਾਲ ਗਾਉਂਦਾ ਹੈ। ਭਾਰਤੀ ਧਰਮਾਂ ਦਾ ਵਿਸ਼ਵਾਸ ਸਰੀਰ ਉੱਤੇ ਘੱਟ ਅਤੇ ਆਤਮਾ ਉੱਤੇ ਵਧੇਰੇ ਰਿਹਾ ਹੈ। ਇਹਨਾਂ ਦਾ ਪ੍ਰਭਾਵ ਬਾਹਰਲੇ ਅਤੇ ਦਿਸਦੇ ਉੱਤੇ ਘੱਟ ਅਤੇ ਅੰਦਰਲੇ ਅਤੇ ਅਦਿੱਖ ਉੱਤੇ ਵਧੇਰੇ ਹੈ। ਜਿਵੇਂ ਜੋਸ਼ ਨੂੰ ਕਾਬੂ ਰੱਖਣ ਦੀ ਜੁਗਤ ਨੂੰ ਕਲਾ ਕਹਿੰਦੇ ਹਨ, ਇਵੇਂ ਹੀ ਆਪਣੀ ਰਚਨਾਤਮਕ ਸ਼ਕਤੀ ਨੂੰ ਉੱਪਰਲੇ ਮੰਡਲਾਂ ਵਿੱਚ ਪਹੁੰਚਾਉਣਾ ਧਰਮ ਅਖਵਾਉਂਦਾ ਹੈ। ਦੁੱਖ ਵਿੱਚ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹੀ ਹਾਂ, ਪਰ ਜੇ ਸੁੱਖ ਵਿੱਚ ਵੀ ਉਹ ਯਾਦ ਰਹੇ ਤਾਂ ਇਸ ਬਿਰਤੀ ਨੂੰ ਹੀ ਧਰਮ ਕਹਿੰਦੇ ਹਨ। ਜਿੱਥੇ ਜੀਵਨ ਦਾ ਪੱਧਰ ਨੀਵਾਂ ਹੁੰਦਾ ਹੈ, ਉੱਥੇ ਇੰਦਰੀਆਂ ਦਾ ਆਨੰਦ ਪ੍ਰਬਲ ਹੁੰਦਾ ਹੈ। ਪਸ਼ੂਆਂ ਅਤੇ ਪਸ਼ੂ ਬਿਰਤੀ ਵਾਲੇ ਮਨੁੱਖਾਂ ਦਾ ਸਾਰਾ ਆਨੰਦ ਉਹਨਾਂ ਦੀਆਂ ਇੰਦਰੀਆਂ ਵਿੱਚ ਹੁੰਦਾ ਹੈ, ਜਦੋਂ ਕਿ ਸੱਭਿਅਕ ਲੋਕਾਂ ਦੇ ਆਨੰਦ ਦਾ ਆਧਾਰ ਵਿਚਾਰ, ਗਿਆਨ ਅਤੇ ਕਲਾ ਹੁੰਦੇ ਹਨ। ਅਜੋਕੇ ਮਨੁੱਖ ਦਾ ਜੀਵਨ ਇੱਛਾਵਾਂ ਦੀ ਬੇਚੈਨੀ ਨਾਲ ਭਰਿਆ ਪਿਆ ਹੈ। ਜਿੱਥੇ ਧਰਮ ਹੋਵੇਗਾ, ਉੱਥੇ ਪ੍ਰੇਮ ਹੋਵੇਗਾ। ਉੱਥੇ ਬਹਿਸ ਨਹੀਂ, ਸਹਿਮਤੀ ਹੋਵੇਗੀ। ਉੱਥੇ ਮੁਕਾਬਲਾ ਨਹੀਂ, ਸਹਿਯੋਗ ਅਤੇ ਸਨੇਹ ਹੋਵੇਗਾ। ਅਸੀਂ ਧਾਰਮਿਕ ਸਥਾਨ ਤੇ ਬਹਿਸਣ ਜਾਂ ਜਿੱਤਣ ਲਈ ਨਹੀਂ ਜਾਂਦੇ, ਝੁਕਣ ਲਈ, ਸਮਰਪਣ ਲਈ ਜਾਂਦੇ ਹਾਂ।
ਜਿੱਥੇ ਪ੍ਰੇਮ ਅਤੇ ਸਮਰਪਣ ਹੋਵੇਗਾ ਉਹ ਥਾਂ ਹਿੰਸਾ ਤੋਂ ਵੀ ਮੁਕਤ ਹੋਵੇਗੀ। ਸੱਚੀ ਅਹਿੰਸਾ ਭੈ ਵਿੱਚੋਂ ਨਹੀਂ ਪ੍ਰੇਮ ਵਿੱਚੋਂ ਉਪਜਦੀ ਹੈ, ਬੇਵਸੀ ਵਿੱਚੋਂ ਨਹੀਂ ਸਮਰੱਥਾ ਵਿੱਚੋਂ ਉਪਜਦੀ ਹੈ। ਵੇਖਿਆ ਗਿਆ ਹੈ ਕਿ ਜਦੋਂ ਤੱਕ ਵਿਭਿੰਨ ਸਮਾਜਾਂ ਉੱਤੇ ਧਰਮ ਦਾ ਪ੍ਰਭਾਵ ਰਿਹਾ, ਉਹਨਾਂ ਸਮਾਜਾਂ ਵਿੱਚ ਗਰੀਬੀ, ਅਨਪੜ੍ਹਤਾ ਅਤੇ ਅੰਧ ਵਿਸ਼ਵਾਸਾਂ ਦੇ ਬਾਵਜੂਦ ਅੱਜ ਦੇ ਮੁਕਾਬਲੇ ਵਧੇਰੇ ਸ਼ਾਂਤੀ ਅਤੇ ਵਧੇਰੇ ਸਦਭਾਵਨਾ ਰਹੀ। ਜਿਉਂ-ਜਿਉਂ ਹਉਮੈ ਭਰੇ ਗਿਆਨ ਦਾ ਘੇਰਾ ਵਧਿਆ ਹੈ, ਧਰਮ ਦਾ ਅਨਾਦਰ ਹੋਇਆ ਹੈ। ਇਸੇ ਕਰਕੇ ਅਜੋਕੇ ਯੁੱਗ ਵਿੱਚ ਮਨੁੱਖ ਦਾ ਇੱਕੋ ਇੱਕ ਉਦੇਸ਼ ਧਨ ਇਕੱਤਰ ਕਰਨਾ ਹੋ ਗਿਆ ਹੈ। ਮਨੁੱਖ ਆਪਣੇ ਅੰਦਰ ਵੇਖਣ ਤੋਂ ਇਨਕਾਰੀ ਹੋ ਗਿਆ ਹੈ। ਅੰਦਰ ਵੇਖਣ ਦੇ ਯਤਨ ਨੂੰ ਸਮਾਧੀ ਕਹਿੰਦੇ ਹਨ। ਸਮਾਧੀ ਵਿੱਚ ਅਸੀਂ ਦੁੱਖਾਂ ਦਾ ਸੁੱਖ ਭੋਗਦੇ ਹਾਂ। ਸਮਾਧੀ ਉਸ ਅਵਸਥਾ ਨੂੰ ਕਹਿੰਦੇ ਹਨ ਜਦੋਂ ਪਲਕਾਂ ਬੰਦ ਹੁੰਦੀਆਂ ਹਨ ਪਰ ਆਤਮਾ ਜਾਗ ਰਹੀ ਹੁੰਦੀ ਹੈ। ਸਮਾਧੀ ਸਮਰਪਣ ਅਤੇ ਤਿਆਗ ਦੀ ਡੂੰਘੀ ਸਿਖਰ ਹੁੰਦੀ ਹੈ। ਸਮਾਧੀ ਵਿੱਚ ਹੌਲੀ-ਹੌਲੀ ਮਨੁੱਖ ਨੂੰ ਆਪਣੀ ਵੀ ਲੋੜ ਨਹੀਂ ਰਹਿੰਦੀ, ਉਹ ਨਿਰੋਲ ਸ਼ਰਧਾ ਹੋ ਜਾਂਦਾ ਹੈ। ਸ਼ਰਧਾਲੂ ਉਸ ਨੂੰ ਕਹਿੰਦੇ ਹਨ ਜਿਹੜਾ ਝੁਕਣ ਲਈ ਤਿਆਰ ਹੈ। ਤਿਆਗ ਬਿਨਾਂ ਆਨੰਦ ਸੰਭਵ ਨਹੀਂ। ਤਿਆਗ ਆਨੰਦ ਦੀ ਕੀਮਤ ਹੈ। ਜਿਤਨਾ ਵੱਡਾ ਤਿਆਗ ਉਤਨਾ ਵੱਡਾ ਆਨੰਦ। ਆਨੰਦ ਦੀ ਵਿਵਸਥਾ ਵਿੱਚ ਇੱਛਾਵਾਂ ਹੀ ਨਹੀਂ, ਲੋੜਾਂ ਵੀ ਮੁੱਕ ਜਾਂਦੀਆਂ ਹਨ। ਆਨੰਦ ਦਾ ਅਭਿਲਾਸ਼ੀ ਕਿਸੇ ਨਾਲ ਵੈਰ ਕਰ ਹੀ ਨਹੀਂ ਸਕਦਾ, ਕਿਉਂਕਿ ਉਸ ਨੂੰ ਕੋਈ ਦੁਵਿਧਾ ਹੁੰਦੀ ਹੀ ਨਹੀਂ। ਆਨੰਦ ਦੀ ਖੋਜ ਆਤਮਾ ਦੀ ਖੋਜ ਹੈ, ਜਿਹੜੀ ਵਿਸ਼ਾਲ ਹੋ ਕੇ ਪਰਮਾਤਮਾ ਦੀ ਖੋਜ ਬਣ ਜਾਂਦੀ ਹੈ। ਮਨੁੱਖ ਨੂੰ ਪਤਾ ਲੱਗਦਾ ਹੈ ਕਿ ਉਸ ਕੋਲ ਜੋ ਕੁਝ ਵੀ ਹੈ ਉਹ ਪਰਮਾਤਮਾ ਦੀ ਦਾਤ ਹੈ ਅਤੇ ਉਸ ਕੋਲ ਕੁਝ ਵੀ ਨਹੀਂ ਜੋ ਪਰਮਾਤਮਾ ਨੂੰ ਦਿੱਤਾ ਜਾ ਸਕੇ। ਜੀਵਨ ਵਿੱਚ ਸਾਨੂੰ ਉਹਨਾਂ ਚੀਜ਼ਾਂ ਦੇ ਹੀ ਗੁਆਚਣ ਜਾਂ ਖੋਹੇ ਜਾਣ ਦਾ ਡਰ ਹੁੰਦਾ ਹੈ ਜਿਹੜੀਆਂ ਅਸੀਂ ਆਪ ਦੂਜਿਆਂ ਤੋਂ ਖੋਹੀਆਂ ਹੁੰਦੀਆਂ ਹਨ। ਆਤਮਾ ਦੇ ਗਵਾਚਣ ਦਾ ਡਰ ਨਹੀਂ ਹੁੰਦਾ। ਜਦੋਂ ਮਨੁੱਖ ਆਪਣੇ ਆਲੇ ਦੁਆਲੇ ਰਿਸ਼ਤਿਆਂ, ਵਸਤਾਂ, ਸਮੱਸਿਆਵਾਂ, ਰੁਝੇਵਿਆਂ ਆਦਿ ਦਾ ਜਾਲ ਬੁਣ ਲੈਂਦਾ ਹੈ, ਉਸ ਵੇਲੇ ਉਹ ਇਹਨਾਂ ਤੋਂ ਮੁਕਤ ਹੋਣ ਦੀ ਅਸੰਭਵ ਇੱਛਾ ਵੀ ਕਰਨ ਲੱਗ ਪੈਂਦਾ ਹੈ। ਤੁਰਨ ਵੇਲੇ ਜਦੋਂ ਤੱਕ ਪੈਰ ਹੇਠਲੀ ਜ਼ਮੀਨ ਤਿਆਗੀ ਨਾ ਜਾਵੇ, ਅਗਲਾ ਕਦਮ ਨਹੀਂ ਪੁੱਟਿਆ ਜਾ ਸਕਦਾ। ਪਰ ਸਾਰਾ ਜੀਵਨ ਕੁਝ ਤਿਆਗਣ ਦੀ ਥਾਂ ਅਸੀਂ ਹੋਰ ਵਧੇਰੇ ਪਕੜਨ ਵਿੱਚ ਰੁੱਝੇ ਰਹਿੰਦੇ ਹਾਂ। ਜਿਨ੍ਹਾਂ ਕੋਲ ਜਿਤਨਾ ਵਧੇਰੇ ਹੈ ਉਹ ਉਤਨਾ ਹੋਰ ਵਧੇਰੇ ਪਕੜਨ ਲਈ ਤਤਪਰ ਹਨ। ਇਵੇਂ ਧਨ ਜਾਇਦਾਦ ਵੱਧਦੀ ਜਾਂਦੀ ਹੈ ਅਤੇ ਨਾਲ ਹੀ ਦੁੱਖ ਵਧੀ ਜਾਂਦੇ ਹਨ। ਦੁੱਖਾਂ ਨੇ ਸਾਨੂੰ ਨਹੀਂ ਫੜਿਆ ਹੋਇਆ, ਅਸੀਂ ਦੁੱਖਾਂ ਨੂੰ ਫੜਿਆ ਹੋਇਆ ਹੈ। ਸਾਨੂੰ ਦੁਖੀ ਕਰਨ ਦੀ ਕਿਸੇ ਕੋਲ ਵਿਹਲ ਨਹੀਂ। ਆਪਣੇ ਆਪ ਨੂੰ ਦੁਖੀ ਕਰਨ ਲਈ ਅਸੀਂ ਆਪ ਹੀ ਬੜੇ ਸਮਰੱਥ ਹਾਂ। ਝੂਠੀਆਂ ਆਸਾਂ ਅਤੇ ਇੱਛਾਵਾਂ ਦੂਜਿਆਂ ਦੀ ਨਕਲ ਕਰਨ ਦਾ ਕਾਰਨ ਬਣਦੀਆਂ ਹਨ ਅਤੇ ਨਕਲੀ ਵਿੱਚੋਂ ਅਸਲੀ ਆਨੰਦ ਮਿਲਣਾ ਅਸੰਭਵ ਹੁੰਦਾ ਹੈ। ਜਦੋਂ ਤੁਸੀਂ ਇਹ ਧਾਰ ਲਵੋ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ, ਤੁਹਾਡੀ ਸ਼ਬਦਾਵਲੀ, ਦ੍ਰਿਸ਼ਟੀ, ਸੋਚ ਅਤੇ ਵਿਹਾਰ ਬਦਲ ਜਾਵੇਗਾ। ਜੇ ਅਸੀਂ ਆਪਣੇ ਆਪ ਬਾਰੇ ਦੂਜਿਆਂ ਦੀ ਤੁਲਨਾ ਵਿੱਚ ਸੋਚਣਾ ਬੰਦ ਕਰ ਦਈਏ ਤਾਂ ਸਾਡੀਆਂ ਸਾਰੀਆਂ ਇੱਛਾਵਾਂ ਫਿੱਕੀਆਂ ਪੈ ਜਾਣਗੀਆਂ। ਇੱਛਾਵਾਂ ਭਵਿੱਖ ਸੰਬੰਧੀ ਹੁੰਦੀਆਂ ਹਨ। ਇੱਛਾਵਾਂ ਦੇ ਅਰਥ ਹੀ ਭਵਿੱਖ ਤੋਂ ਹਨ। ਜੇ ਇੱਛਾ ਨਾ ਹੋਵੇ ਤਾਂ ਭਵਿੱਖ ਦੇ ਕੋਈ ਅਰਥ ਨਹੀਂ ਨਿਕਲਦੇ। ਅਸੀਂ ਸਾਰਾ ਜੀਵਨ ਭਵਿੱਖ ਵਿੱਚ ਜਿਉਣ ਦੀ ਤਿਆਰੀ ਕਰਦਿਆਂ ਗੁਜ਼ਾਰ ਦਿੰਦੇ ਹਾਂ। ਹਰ ਕੋਈ ਸੋਚਦਾ ਹੈ ਕਿ ਡਿਗਰੀ ਲੈ ਲਵਾਂ ਫਿਰ ਮੌਜ ਕਰਾਂਗਾ। ਡਿਗਰੀ ਲੈ ਕੇ ਸੋਚਦਾ ਹੈ ਨੌਕਰੀ ਲੱਗ ਜਾਵਾਂ ਫਿਰ ਸਭ ਸਮੱਸਿਆਵਾਂ ਹੱਲ ਹੋ ਜਾਣਗੀਆਂ। ਨੌਕਰੀ ਲੱਗ ਕੇ ਸੋਚਦਾ ਹੈ ਕਿ ਵਿਆਹ ਕਰਵਾ ਲਵਾਂ ਫਿਰ ਸਭ ਰੁਕਾਵਟਾਂ ਹਟ ਜਾਣਗੀਆਂ। ਫਿਰ ਸੋਚਦਾ ਹੈ ਮਕਾਨ ਪਾ ਲਵਾਂ ਸਾਰੇ ਝੰਜਟ ਮੁੱਕ ਜਾਣਗੇ। ਤਰੱਕੀ ਹੋ ਜਾਵੇ, ਬੱਚੇ ਵਿਆਹ ਲਵਾਂ, ਇਵੇਂ ਸਾਰਾ ਜੀਵਨ ਹੱਥਾਂ ਵਿੱਚੋਂ ਨਿਕਲ ਜਾਂਦਾ ਹੈ। ਹੁਣੇ ਇਸੇ ਵੇਲੇ ਪ੍ਰਸੰਨ ਹੋਣ ਵਿੱਚ ਕੀ ਰੁਕਾਵਟ ਹੈ? ਵਾਸਤਵ ਵਿੱਚ ਅਸੀਂ ਦੁਖੀ ਹੋਣ ਵਿੱਚ ਇਤਨੇ ਮਾਹਿਰ ਹੋ ਗਏ ਹਾਂ ਕਿ ਅਸੀਂ ਸੁਖੀ ਹੋਣਾ ਹੀ ਭੁੱਲ ਗਏ ਹਾਂ। ਜੀਵਨ ਵਿੱਚ ਕੋਈ ਦੁੱਖ ਨਹੀਂ ਹੈ, ਦੁੱਖ ਇੱਛਾਵਾਂ ਵਿੱਚ ਹੈ। ਪੂਰੀਆਂ ਹੋਣ ਵਾਲੀਆਂ ਅਤੇ ਅਪੂਰਤ ਇੱਛਾਵਾਂ ਸਾਰੀਆਂ ਸਾਨੂੰ ਦੁਖੀ ਕਰਦੀਆਂ ਹਨ। ਅਸੀਂ ਸੋਚਦੇ ਹਾਂ ਕਿ ਜਿੱਥੇ ਅਸੀਂ ਨਹੀਂ ਹਾਂ ਉੱਥੇ ਹੀ ਸੁੱਖ ਹੈ। ਜੋ ਚੀਜ਼ ਸਾਡੇ ਕੋਲ ਨਹੀਂ ਉਸ ਵਿੱਚ ਹੀ ਆਨੰਦ ਹੈ, ਪਰੰਤੂ ਉਹ ਵਸਤ ਜਾਂ ਉਹ ਸੁੱਖ ਮਿਲਦਿਆਂ ਹੀ ਦੁੱਖ ਹੋ ਜਾਂਦਾ ਹੈ, ਕਿਉਂਕਿ ਦੁੱਖ ਤਾਂ ਸਾਡੇ ਅੰਦਰ ਹੈ। ਥਾਂ, ਸ਼ਹਿਰ, ਦੇਸ਼ ਕੋਈ ਹੋਵੇ, ਅਸੀਂ ਦੁਖੀ ਹੀ ਹੋਣਾ ਹੈ। ਇੱਛਾ ਘਾਟ ਵਿੱਚੋਂ ਜਨਮ ਲੈਂਦੀ ਹੈ। ਜਿੱਥੇ ਇੱਛਾ ਹੈ ਉੱਥੇ ਘਾਟ ਹੈ। ਥੁੜ ਹੈ, ਥੁੜ ਕਾਰਨ ਅਸ਼ਾਂਤੀ ਹੈ। ਲੋੜਾਂ ਅਤੇ ਇੱਛਾਵਾਂ ਵਿੱਚ ਅੰਤਰ ਸਮਝਣ ਦੀ ਲੋੜ ਹੈ। ਲੋੜਾਂ ਦੁਖੀ ਨਹੀਂ ਕਰਦੀਆਂ, ਦੁਖੀ ਤਾਂ ਇੱਛਾਵਾਂ, ਵਾਧੂ ਚੀਜ਼ਾਂ ਦੀ ਭੁੱਖ, ਫਜ਼ੂਲ ਚੀਜ਼ਾਂ ਅਤੇ ਲਾਲਸਾਵਾਂ ਕਰਦੀਆਂ ਹਨ। ਇੱਛਾਵਾਂ ਵਸਤਾਂ ਦੀਆਂ ਨਹੀਂ ਹੁੰਦੀਆਂ, ਇਹ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਇਹਨਾਂ ਦਾ ਘੇਰਾ ਨਿੱਤ ਫੈਲਦਾ ਰਹਿੰਦਾ ਹੈ।
ਤੁਹਾਡਾ ਗੁਆਂਢੀ ਜਦੋਂ ਕਿਸੇ ਕਾਰਜ ਲਈ ਦਾਨ ਦਿੰਦਾ ਹੈ ਤਾਂ ਹਉਮੈ ਤੁਹਾਨੂੰ ਉਸ ਤੋਂ ਵਧੇਰੇ ਦੇਣ ਲਈ ਉਕਸਾਉਂਦੀ ਹੈ। ਇਹ ਵੀ ਇੱਛਾ ਦਾ ਹੀ ਇੱਕ ਰੂਪ ਹੈ, ਕਿਉਂਕਿ ਤੁਸੀਂ ਆਪਣੇ ਹੰਕਾਰ ਨੂੰ ਆਪਣੇ ਗੁਆਂਢੀ ਦੇ ਹੰਕਾਰ ਤੋਂ ਛੋਟਾ ਸਵੀਕਾਰ ਨਹੀਂ ਕਰ ਸਕਦੇ। ਇਵੇਂ ਸਮੇਂ ਦੇ ਬੀਤਣ ਨਾਲ ਨਵੀਆਂ ਲਾਲਸਾਵਾਂ ਕਾਰਨ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਉਂ ਦੁਖੀ ਹਾਂ। ਜੰਜੀਰਾਂ ਪਹਿਨਦੇ ਅਸੀਂ ਉਹਨਾਂ ਨੂੰ ਗਹਿਣੇ ਕਹਿਣ ਲੱਗ ਪੈਂਦੇ ਹਾਂ ਅਤੇ ਆਪਣੇ ਆਲੇ ਦੁਆਲੇ ਦੇ ਖਿਲਾਰੇ ਨੂੰ ਆਪਣੀਆਂ ਪ੍ਰਾਪਤੀਆਂ ਦੱਸਣ ਲੱਗ ਪੈਂਦੇ ਹਾਂ। ਸਾਰੇ ਗਹਿਣੇ ਸਰੀਰ ਨੂੰ ਘੁੱਟਦੇ ਹਨ, ਤੰਗ ਕਰਦੇ ਹਨ, ਕੱਸਦੇ ਹਨ, ਪਰ ਫਿਰ ਵੀ ਅਸੀਂ ਪ੍ਰਸੰਨ ਹਾਂ। ਇਵੇਂ ਹੀ ਅਸੀਂ ਦੁੱਖ ਵਿੱਚੋਂ ਸੁੱਖ ਮਹਿਸੂਸ ਕਰਨ ਦਾ ਧੋਖਾ ਖਾਣ ਲੱਗ ਪੈਂਦੇ ਹਾਂ। ਵਾਸਤਵ ਵਿੱਚ ਸੁੱਖ ਆਪਣੇ ਆਪ ਵਿੱਚ ਕੁਝ ਵੀ ਨਹੀਂ, ਦੁੱਖ ਤੋਂ ਮੁਕਤ ਹੋ ਜਾਣ ਦੀ ਅਵਸਥਾ ਹੀ ਸੁੱਖ ਹੈ। ਦੁੱਖਾਂ ਅਤੇ ਸੁੱਖਾਂ ਦੀ, ਇੱਛਾਵਾਂ ਅਤੇ ਲਾਲਸਾਵਾਂ ਦੀ ਜਿਤਨੀ ਵਿਸ਼ਾਲ ਚਰਚਾ ਬੁੱਧ ਨੇ ਕੀਤੀ ਹੈ, ਉਤਨੀ ਹੋਰ ਕਿਸੇ ਨੇ ਨਹੀਂ ਕੀਤੀ। ਹਰ ਧਰਮ ਵਿੱਚ ਚਰਚਾ ਨਿਰਾਸ਼ਾ ਦੀ ਹੋਈ ਹੈ, ਪਰ ਪ੍ਰਭਾਵ ਆਸ਼ਾ ਵਾਲਾ ਹੈ। ਵਿਚਾਰ ਦੁੱਖ ਦਾ ਹੋਇਆ ਹੈ, ਪਰ ਪ੍ਰਾਪਤੀ ਸੁੱਖ ਦੀ ਹੁੰਦੀ ਹੈ। ਨਿਰਾਸ਼ਾ ਤੋਂ ਵੱਡੀ ਕੋਈ ਕੈਦ ਨਹੀਂ ਹੁੰਦੀ। ਨਿਰਾਸ਼ਾ ਆਤਮਾ ਨੂੰ ਵੀ ਬੰਨ੍ਹ ਲੈਂਦੀ ਹੈ। ਸੁਤੰਤਰ ਰਹਿਣਾ ਆਤਮਾ ਦਾ ਸੁਭਾਅ ਹੈ। ਆਪਣੇ ਆਪ ਤੋਂ ਨੱਸ ਕੇ ਅਸੀਂ ਕਿਧਰੇ ਨਹੀਂ ਜਾ ਸਕਦੇ। ਬੁੱਧ ਸੁਤੰਤਰ ਵਿਚਾਰ ਦੀ ਰਾਖੀ ਕਰਦਾ ਹੈ। ਜਿਹੜਾ ਵਿਚਾਰ ਸੁਤੰਤਰ ਨਾ ਹੋਵੇ ਉਹ ਵਿਚਾਰ ਹੀ ਨਹੀਂ ਹੁੰਦਾ। ਵਿਚਾਰ ਨਹੀਂ, ਸੁਤੰਤਰ ਵਿਚਾਰ ਮਨੁੱਖਾਂ ਨੂੰ ਜਾਨਵਰਾਂ ਤੋਂ ਵੱਖਰਿਆਉਂਦੇ ਹਨ। ਵਿਸ਼ਵਾਸ ਤੋਂ ਵਿਵੇਕ ਵੱਲ ਦੀ ਯਾਤਰਾ ਨੂੰ ਵਿਗਿਆਨ ਕਹਿੰਦੇ ਹਨ, ਜਦੋਂ ਕਿ ਵਿਵੇਕ ਤੋਂ ਵਿਸ਼ਵਾਸ ਵੱਲ ਵਧਣ ਨੂੰ ਧਰਮ ਕਹਿੰਦੇ ਹਨ। ਵਿਗਿਆਨ ਅਤੇ ਧਰਮ ਸਾਡੇ ਅਨੁਭਵ ਦੇ ਦੋ ਸਿਰੇ ਹਨ। ਵਿਗਿਆਨ ਦਾ ਸੰਬੰਧ ਪਦਾਰਥ ਨਾਲ, ਸਾਡੇ ਸਰੀਰ ਨਾਲ ਹੈ। ਧਰਮ ਦਾ ਸੰਬੰਧ ਸਾਡੀ ਆਤਮਾ ਨਾਲ, ਸਾਡੇ ਅਨੁਭਵ ਨਾਲ ਹੈ। ਇਸ ਪਦਾਰਥਕ ਸੰਸਾਰ ਵਿੱਚ ਕੇਵਲ ਆਤਮਾ ਹੈ ਜੋ ਪਦਾਰਥ ਨਹੀਂ ਹੈ। ਵਿਗਿਆਨ ਸੁੱਖ ਸਹੂਲਤਾਂ ਦੇ ਸਕਦਾ ਹੈ, ਸੰਤੋਖ ਅਤੇ ਆਨੰਦ ਨਹੀਂ। ਪਿਆਰ, ਸਨੇਹ, ਕਰੁਣਾ, ਹਮਦਰਦੀ ਆਦਿ ਆਤਮਾ ਦੇ ਪ੍ਰਗਟਾਵੇ ਹਨ। ਇੱਕ ਵਿਗਿਆਨ ਕਿਸੇ ਦੂਜੇ ਵਿਗਿਆਨ ਦਾ ਵਿਰੋਧ ਨਹੀਂ ਕਰਦਾ, ਕਿਉਂਕਿ ਇਹ ਸੁਤੰਤਰ ਸੋਚ ਦੀ ਖੁੱਲ੍ਹ ਦਿੰਦਾ ਹੈ। ਜਦੋਂ ਧਰਮ ਸੁਤੰਤਰ ਸੋਚ ਦੀ ਖੁੱਲ੍ਹ ਖੋਹ ਲੈਂਦਾ ਹੈ, ਉਹ ਧਰਮ ਨਾ ਰਹਿ ਕੇ ਰਾਜਨੀਤੀ ਹੋ ਨਿਬੜਦਾ ਹੈ। ਇਸੇ ਕਰਕੇ ਧਰਮਾਂ ਵਿਚਕਾਰ ਵਿਰੋਧਤਾ ਹੈ। ਧਾਰਮਿਕ ਵਿਰੋਧਾਂ ਦਾ ਕਾਰਨ ਇਹ ਹੈ ਕਿ ਅਸੀਂ ਆਪਣੀਆਂ ਮਾਨਤਾਵਾਂ ਬੱਚਿਆਂ ਦੇ ਮਨ ਵਿੱਚ ਉਦੋਂ ਪਾ ਦਿੰਦੇ ਹਾਂ ਜਦੋਂ ਉਹਨਾਂ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ। ਲਗਾਤਾਰ ਦੁਹਰਾਉਣ ਅਤੇ ਪ੍ਰਚਾਰਨ ਕਾਰਨ ਇਹ ਮਾਨਤਾਵਾਂ ਸਾਡੀਆਂ ਅਚੇਤਨ ਪਰਤਾਂ ਵਿੱਚ ਖੁੱਭ ਜਾਂਦੀਆਂ ਹਨ ਅਤੇ ਅਜਿਹਾ ਵਿਅਕਤੀ ਨਿਰਪੱਖ ਸੁਤੰਤਰ ਸੋਚਣੀ ਦੇ ਪੱਖੋਂ ਅਪੰਗ ਹੋ ਜਾਂਦਾ ਹੈ ਅਤੇ ਉਸ ਵਿੱਚ ਸਹਿਣਸ਼ੀਲਤਾ ਦੀ ਥਾਂ ਹਿੰਸਾ ਜਾਗ ਪੈਂਦੀ ਹੈ। ਇਵੇਂ ਮਨੁੱਖ ਧਾਰਮਿਕ ਜੀਵ ਤੋਂ ਰਾਜਨੀਤਿਕ ਜੀਵ ਬਣ ਜਾਂਦਾ ਹੈ ਅਤੇ ਉਹ ਲਾਲਸਾਵਾਂ ਦੇ ਅੰਨੇ ਰਸਤਿਆਂ ਉੱਤੇ ਦੌੜਨ ਲੱਗ ਪੈਂਦਾ ਹੈ। ਜਿੱਥੇ ਦੌੜ ਹੁੰਦੀ ਹੈ ਉੱਥੇ ਹੰਕਾਰ ਹੁੰਦਾ ਹੈ, ਜਿੱਥੇ ਹੰਕਾਰ ਹੁੰਦਾ ਹੈ ਉੱਥੇ ਅਗਿਆਨਤਾ ਹੁੰਦੀ ਹੈ। ਇਵੇਂ ਦਵਾਈਆਂ ਹੀ ਨਵੇਂ ਰੋਗਾਂ ਦੇ ਉਪਜਣ ਦਾ ਕਾਰਨ ਬਣਨ ਲੱਗ ਪੈਂਦੀਆਂ ਹਨ। ਨਸ਼ੇ ਸਰੀਰਕ ਹੀ ਨਹੀਂ ਹੁੰਦੇ, ਬੌਧਿਕ ਵੀ ਹੁੰਦੇ ਹਨ। ਮਨੁੱਖ ਕੋਲ ਨਸ਼ੇ ਦੀ ਸ਼ਕਤੀ ਆ ਗਈ ਹੈ, ਸ਼ਾਂਤੀ ਨਹੀਂ ਆਈ। ਪ੍ਰੇਮ ਵਿਹੂਣਾ ਵਿਅਕਤੀ ਹਿੰਸਾ ਉਪਜਾਉਂਦਾ ਹੈ। ਭਵਿੱਖ ਦਾ ਧਰਮ ਅੰਧ ਵਿਸ਼ਵਾਸਾਂ ਉੱਤੇ ਨਹੀਂ, ਵਿਵੇਕ ਉੱਤੇ ਆਧਾਰਿਤ ਹੋਵੇਗਾ। ਸ਼ਰਧਾ ਨਹੀਂ, ਗਿਆਨ ਉਸ ਦਾ ਆਧਾਰ ਹੋਵੇਗਾ। ਜਦੋਂ ਇਹ ਵਾਪਰ ਜਾਵੇਗਾ ਤਾਂ ਵਿਸ਼ਵਾਸ ਅਤੇ ਵਿਵੇਕ, ਗਿਆਨ ਅਤੇ ਸ਼ਰਧਾ ਵਿਚਕਾਰਲੀ ਖਾਈ ਵੀ ਮਿਟ ਜਾਵੇਗੀ। ਮਹਾਂਵੀਰ ਬੁੱਧ ਜਾਂ ਨਾਨਕ ਦੇ ਅਨੁਭਵ ਵਿੱਚ ਗਿਆਨ ਨਹੀਂ ਅਤੇ ਸ਼ਰਧਾ ਸਿਖਰ ਸੀ। ਵਿਗਿਆਨ ਅੰਧ ਵਿਸ਼ਵਾਸਾਂ ਨੂੰ ਮਿਟਾ ਰਿਹਾ ਹੈ। ਇਹ ਅਸਲੀ ਧਰਮ ਦੇ ਹਿੱਤ ਵਿੱਚ ਹੈ। ਧਰਮ ਨੂੰ ਉਦੋਂ ਹਰ ਕੋਈ ਖੇੜੇ ਮੱਥੇ ਅਪਣਾਏਗਾ ਜਦੋਂ ਇਹ ਅੰਧ ਵਿਸ਼ਵਾਸਾਂ ਤੋਂ ਮੁਕਤ ਹੋ ਜਾਵੇਗਾ। ਉਦੋਂ ਸਭ ਕੁਝ ਅਤੇ ਹਰ ਜੀਵ ਇੱਕ ਦੂਜੇ ਨਾਲ ਜੁੜਿਆ ਵਿਖਾਈ ਦੇਣ ਲੱਗ ਪਵੇਗਾ। ਜਿਹੜਾ ਇਸ ਸੰਸਾਰ ਵਿੱਚ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀਣ ਵਿੱਚ ਸਫਲ ਹੋ ਜਾਂਦਾ ਹੈ, ਉਸ ਨੂੰ ਪ੍ਰਲੋਕ ਦੀ ਇੱਛਾ ਨਹੀਂ ਰਹਿੰਦੀ। ਅਸੀਂ ਸੋਚ ਵੀ ਨਹੀਂ ਸਕਦੇ ਕਿ ਜੇ ਈਸਾ ਜਾਂ ਹਜ਼ਰਤ ਮੁਹੰਮਦ ਦੁਬਾਰਾ ਜਨਮ ਲੈਂਦੇ ਤਾਂ ਉਹਨਾਂ ਨੇ ਅਜਿਹਾ ਕੀ ਕਰਨਾ ਸੀ ਜੋ ਉਹਨਾਂ ਵੱਲੋਂ ਕਰਨਾ ਰਹਿ ਗਿਆ ਸੀ। ਪ੍ਰਲੋਕ ਇਸ ਲੋਕ ਦੀ ਅਸੰਤੁਸ਼ਟਤਾ ਵਿੱਚੋਂ ਜਨਮ ਲੈਂਦਾ ਹੈ। ਅੰਦਰ ਦੀ ਗਰੀਬੀ ਹੀ ਧਨ ਦੀ ਪ੍ਰਾਪਤੀ ਲਈ ਤਾਂਘਦੀ ਹੈ। ਸਿਕੰਦਰ ਹੀ ਨਹੀਂ ਸੀ ਭਟਕਿਆ, ਸਾਰੇ ਸਿਕੰਦਰ ਭਟਕਦੇ ਸਨ। ਜਦੋਂ ਮਨੁੱਖ ਆਪਣੇ ਆਪ ਨੂੰ ਪਾਰ ਕਰ ਲੈਂਦਾ ਹੈ, ਉਹ ਆਪ ਪ੍ਰਭੂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਜਦੋਂ ਅਨੁਭਵ ਡੂੰਘਾ ਹੋ ਜਾਂਦਾ ਹੈ ਤਾਂ ਵਿਅਕਤੀ ਕਿਸੇ ਵਿਸ਼ੇਸ਼ ਨੂੰ ਪ੍ਰੇਮ ਨਹੀਂ ਕਰਦਾ, ਉਹ ਸਭ ਨੂੰ ਪ੍ਰੇਮ ਕਰਦਾ ਹੈ। ਉਹ ਪ੍ਰੇਮ ਪੂਰਨ ਹੋ ਜਾਂਦਾ ਹੈ। ਪ੍ਰੇਮ ਪੂਰਨ ਅਵਸਥਾ ਵਿੱਚ ਵਿਅਕਤੀ ਅਤੀ ਕੋਮਲ, ਧੀਰਜਵਾਨ ਅਤੇ ਸਹਿਣਸ਼ੀਲ ਹੋ ਜਾਂਦਾ ਹੈ। ਉਸ ਦੇ ਬੋਲਾਂ ਵਿੱਚੋਂ ਡੂੰਘੀ ਗੂੰਜ ਉਪਜ ਪੈਂਦੀ ਹੈ। ਬੁੱਧ ਇਸ ਅਵਸਥਾ ਨੂੰ ਪਹੁੰਚੇ ਸਨ।
ਗਿਆਨ ਦੀ ਪ੍ਰਾਪਤੀ ਤੋਂ ਬਾਅਦ ਜਦੋਂ ਯਸ਼ੋਧਰਾ ਦੇ ਸਨਮੁਖ ਹੋਣ ਤੇ ਬੁੱਧ ਨੇ ਕਿਹਾ, ਉਸ ਰਾਤ ਜਦੋਂ ਮੈਂ ਘਰੋਂ ਤੁਰਿਆ ਸੀ ਤੂੰ ਸੌਂ ਰਹੀ ਸੀ। ਉਸ ਰਾਤ ਦੀ ਅਣਕਹੀ ਵਿਦਾ ਅੱਜ ਆਹ ਕੇ ਮੈਨੂੰ ਪੂਰਾ ਮੁਕਤ ਕਰ ਦੇ। ਮੇਰੀਆਂ ਅੱਖਾਂ ਵਿੱਚੋਂ ਉਸ ਰਾਤ ਦੀ ਅਟਕੀ ਹੋਈ ਨੀਂਦਰ ਕੱਢ ਲੈ ਅਤੇ ਮੇਰਾ ਕਾਸਾ ਤਿਆਗ ਨਾਲ ਭਰ ਦੇ। ਯਸ਼ੋਧਰਾ ਨੂੰ ਪਤਾ ਸੀ ਕਿ ਜੋ ਗਿਆ ਸੀ ਉਹ ਸਿਧਾਰਥ ਸੀ, ਜੋ ਆਇਆ ਸੀ ਉਹ ਬੁੱਧ ਸੀ। ਸੋ ਉਸਨੇ ਕਿਹਾ, ਮੈਂ ਤਾਂ ਉਸੇ ਰਾਤ ਆਪ ਨੂੰ ਵਿਦਾ ਕਰ ਦਿੱਤਾ ਸੀ। ਮੈਂ ਉਦੋਂ ਜਾਗਦੀ ਸੀ ਜਦੋਂ ਤੁਸੀਂ ਜਾਗਣ ਦੀ ਤਲਾਸ਼ ਵਿੱਚ ਘਰ ਪਰਿਵਾਰ ਤਿਆਗ ਰਹੇ ਸੀ। ਨਾਰੀ ਨੂੰ ਕਈ ਵਾਰੀ ਪਲਕਾਂ ਬੰਦ ਕਰਕੇ ਜਾਗਣਾ ਪੈਂਦਾ ਹੈ। ਮੇਰੀਆਂ ਬਾਹਾਂ ਵਿੱਚ ਉਦੋਂ ਰਾਹੁਲ ਸੌਂ ਰਿਹਾ ਸੀ। ਜਿਤਨਾ ਚਿਰ ਮਾਂ ਦੀਆਂ ਬਾਹਾਂ ਵਿੱਚ ਬੱਚਾ ਹੁੰਦਾ ਹੈ, ਮਾਂ ਜਾਗਦੀ ਰਹਿੰਦੀ ਹੈ। ਆਪ ਉਸੇ ਰਾਤ ਤੋਂ ਮੁਕਤ ਹੋ। ਜੋ ਮੁਕਤ ਹੋ ਚੁੱਕਾ ਹੈ ਉਸ ਨੂੰ ਕਿਵੇਂ ਮੁਕਤ ਕਰਾਂ? ਜੋ ਜਾ ਚੁੱਕਾ ਹੈ ਉਸ ਨੂੰ ਕਿਵੇਂ ਵਿਦਾ ਕਰਾਂ? ਮੈਂ ਗੌਤਮ ਨੂੰ ਵਿਦਾ ਕਰ ਸਕਦੀ ਹਾਂ, ਬੁੱਧ ਨੂੰ ਕਿਵੇਂ ਵਿਦਾ ਕਰਾਂ? ਤੁਸੀਂ ਮੇਰੇ ਤੋਂ ਵਿਦਾ ਹੋਣ ਲਈ ਨਹੀਂ ਆਏ, ਆਪਣੇ ਆਪ ਵਿੱਚੋਂ ਮੈਨੂੰ ਵਿਦਾ ਕਰਨ ਲਈ ਆਏ ਹੋ। ਇਸ ਸੰਸਾਰ ਵਿੱਚ ਜੋ ਕੁਝ ਵੀ ਚੰਗਾ ਅਤੇ ਸੁੰਦਰ ਹੈ ਉਹ ਪ੍ਰੇਮ ਵਿੱਚੋਂ ਜਨਮਿਆ ਹੈ। ਹਾਲਾਤ ਕਿਤਨੇ ਵੀ ਵਿਰੋਧੀ ਅਤੇ ਮੁਸ਼ਕਲ ਹੋਣ, ਉਹ ਕਦੇ ਵੀ ਇਤਨੇ ਮੁਸ਼ਕਲ ਨਹੀਂ ਹੋ ਸਕਦੇ ਕਿ ਪਰਮਾਤਮਾ ਦੇ ਰਾਹ ਵਿੱਚ ਰੁਕਾਵਟ ਬਣ ਜਾਣ। ਸਾਡੀ ਨਿਰਾਸ਼ਾ ਤੋਂ ਇਲਾਵਾ ਸਾਡੇ ਅਤੇ ਪਰਮਾਤਮਾ ਵਿਚਕਾਰ ਕੋਈ ਰੁਕਾਵਟ ਨਹੀਂ ਹੈ। ਵਾਸਤਵ ਵਿੱਚ ਅਸੀਂ ਆਪ ਹੀ ਰੁਕਾਵਟ ਹਾਂ। ਪ੍ਰਭੂ ਦੇ ਰਾਹ 'ਤੇ ਹਰ ਕੋਈ ਸਫਲ ਹੁੰਦਾ ਹੈ। ਉਸ ਰਾਹ 'ਤੇ ਸੁੱਤੇ ਹੋਏ ਵੀ ਜਾਗ ਪੈਂਦੇ ਹਨ। ਪ੍ਰਕਾਸ਼ ਦਾ ਸੋਮਾ ਸੂਰਜ ਹੈ, ਹਨੇਰੇ ਦਾ ਸੋਮਾ ਕੀ ਹੈ? ਮਨੁੱਖ ਦੀਆਂ ਅੱਖਾਂ ਬਾਹਰਲੀਆਂ ਅਤੇ ਅੰਦਰਲੀਆਂ ਆਦਤਨ ਹੀ ਹਨੇਰੇ ਵੱਲੋਂ ਚਾਨਣੇ ਵੱਲ ਜਾਣ ਵਾਸਤੇ ਤਾਂਘਦੀਆਂ ਹਨ। ਜਦੋਂ ਅੰਦਰਲੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਦੋਂ ਮੈਂ ਮੁੱਕ ਜਾਂਦੀ ਹੈ। ਜਿਸ ਦੀ ਖਾਤਰ ਕੋਈ ਆਪਣੀ ਮੈਂ ਤਿਆਗ ਦਿੰਦਾ ਹੈ, ਲੋਕ ਉਸ ਨੂੰ ਪ੍ਰੇਮੀ ਜਾਂ ਆਸ਼ਕ ਕਹਿਣ ਲੱਗ ਪੈਂਦੇ ਹਨ। ਜਿਹੜਾ ਸਰਬ ਲਈ ਆਪਣੀ ਮੈਂ ਤਿਆਗ ਦਿੰਦਾ ਹੈ ਉਸ ਨੂੰ ਸੰਤ ਜਾਂ ਦਰਵੇਸ਼ ਕਿਹਾ ਜਾਂਦਾ ਹੈ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਾਮ ਪ੍ਰੇਮ ਦਾ ਭੁਲੇਖਾ ਹੈ। ਜਿਤਨਾ ਪ੍ਰੇਮ ਵਿਕਸਿਤ ਹੁੰਦਾ ਹੈ, ਕਾਮ ਉਤਨਾ ਹੀ ਲੋਪ ਹੁੰਦਾ ਜਾਂਦਾ ਹੈ। ਪ੍ਰੇਮ ਕਾਮ ਸ਼ਕਤੀ ਦਾ ਉੱਚਾ ਉੱਠਣਾ ਹੈ। ਬੂੰਦ ਬੂੰਦ ਰਹਿ ਕੇ ਸਾਗਰ ਨਹੀਂ ਹੋ ਸਕਦੀ। ਉਸ ਦੀ ਬੂੰਦ ਬਣੇ ਰਹਿਣ ਦੀ ਜਿੱਦ ਹੀ ਉਸ ਦੇ ਸਾਗਰ ਹੋਣ ਵਿੱਚ ਰੁਕਾਵਟ ਹੈ। ਮਨੁੱਖ ਦੀ ਵੀ ਇਹੀ ਦੁਵਿਧਾ ਹੈ। ਉਹ ਸਰੀਰ ਦੇ ਮਿੱਟੀ ਘੇਰੇ ਅਤੇ ਆਤਮ ਠੱਗੀ ਦੀ ਕੈਦ ਵਿੱਚੋਂ ਬਾਹਰ ਹੀ ਨਹੀਂ ਨਿਕਲਦਾ। ਕਿਸੇ ਨੇ ਪੁੱਛਿਆ, ਮੈਂ ਪਾਪ ਤੋਂ ਕਿਵੇਂ ਬਚਾਂ? ਉੱਤਰ ਮਿਲਿਆ, ਪ੍ਰੇਮ ਕਰੋ। ਪ੍ਰੇਮ ਵਿੱਚ ਪਾਪ ਸੰਭਵ ਹੀ ਨਹੀਂ ਹੈ। ਪ੍ਰੇਮ ਤਾਂ ਹੀ ਹੋਵੇਗਾ ਜੇ ਅੰਦਰ ਆਨੰਦ ਹੋਵੇਗਾ। ਪ੍ਰੇਮ ਕਰਨਾ ਉਚੇਚ ਨਹੀਂ, ਮਨੁੱਖ ਦਾ ਸੁਭਾਵਿਕ ਵਿਹਾਰ ਹੋਣਾ ਚਾਹੀਦਾ ਹੈ। ਪ੍ਰੇਮ ਦਾ ਜੀਵਨ ਬੇਸ਼ਰਤ ਜੀਵਨ ਹੈ। ਜਿਸ ਨੂੰ ਅਸੀਂ ਪ੍ਰੇਮ ਕਰਦੇ ਹਾਂ ਉਹ ਸਾਡੇ ਵੱਲ ਖੁੱਲ੍ਹਦਾ ਚਲਾ ਜਾਂਦਾ ਹੈ। ਪ੍ਰੇਮ ਦੇ ਅਰਥ ਜਾਣਨ ਤੋਂ ਹਨ। ਹਉਮੈ, ਸਵਾਰਥ ਅਤੇ ਲਾਲਸਾ ਤੋਂ ਮੁਕਤ ਹੋ ਕੇ ਮਨੁੱਖ ਸੂਝਵਾਨ ਬਣ ਜਾਂਦਾ ਹੈ। ਪ੍ਰਸ਼ਨ ਉੱਠਦਾ ਹੈ ਕਿ ਜੇ ਮਨੁੱਖ ਵਿੱਚ ਆਤਮਾ ਹੈ ਤਾਂ ਮਨੁੱਖ ਭਟਕਦਾ ਕਿਉਂ ਹੈ? ਵਾਸਤਵ ਵਿੱਚ ਚੇਤਨਾ ਅਤੇ ਆਤਮਾ ਦੀਆਂ ਸੁਤੰਤਰਤਾਵਾਂ ਵਿੱਚ ਭਟਕਣ ਦੀ, ਕੁਰਾਹੇ ਪੈਣ ਦੀ, ਪਾਪ ਕਰਨ ਦੀ ਸੁਤੰਤਰਤਾ ਵੀ ਹੁੰਦੀ ਹੈ। ਜੇ ਗਲਤੀਆਂ ਕਰਨ ਦੀ ਖੁੱਲ੍ਹ ਨਹੀਂ ਤਾਂ ਸੁਤੰਤਰਤਾ ਦੇ ਕੋਈ ਅਰਥ ਹੀ ਨਹੀਂ ਰਹਿੰਦੇ। ਆਤਮਾ ਵੱਲੋਂ ਵਿਅਕਤੀ ਨੂੰ ਚੰਗਾ ਜਾਂ ਬੁਰਾ, ਬੇਈਮਾਨ ਜਾਂ ਇਮਾਨਦਾਰ ਆਦਿ ਬਣਨ ਦੀ ਖੁੱਲ੍ਹ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਇਮਾਨਦਾਰ ਹੈ ਤਾਂ ਭਾਵ ਇਹੀ ਹੁੰਦਾ ਹੈ ਕਿ ਜੇ ਉਹ ਚਾਹੁੰਦਾ ਤਾਂ ਬੇਈਮਾਨ ਵੀ ਹੋ ਸਕਦਾ ਸੀ, ਪਰ ਉਸਨੇ ਇਮਾਨਦਾਰ ਹੋਣ ਦੀ ਚੋਣ ਕੀਤੀ। ਪਾਪੀ ਜਾਂ ਪਰਉਪਕਾਰੀ ਹੋਣ ਦੀ ਚੋਣ ਅਸੀਂ ਆਪ ਕਰਨੀ ਹੈ। ਹਰ ਕਿਸੇ ਨੇ ਆਪਣਾ ਧਰਮ ਆਪ ਸਿਰਜਣਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਧਰਮ ਮਨੁੱਖ ਦਾ ਸਿਖਰਲਾ ਤੌਖਲਾ ਹੈ। ਧਰਮ ਦਾ ਅਨੁਭਵ ਪਾਪ ਦੇ ਅਨੁਭਵ ਤੋਂ ਬਿਨਾਂ ਸੰਭਵ ਹੀ ਨਹੀਂ। ਪਾਪ ਵਿੱਚੋਂ ਗੁਜ਼ਰੇ ਬਿਨਾਂ ਪੁੰਨ ਨਹੀਂ ਕੀਤਾ ਜਾ ਸਕਦਾ। ਰਾਮ ਰਾਵਣ ਕਰਕੇ ਹੀ ਪੂਜਣਯੋਗ ਹਨ। ਪੁੰਨ ਅਤੇ ਪਾਪ ਅਤੇ ਰਾਮ ਅਤੇ ਰਾਵਣ ਅੰਦਰੋਂ ਜੁੜੇ ਹੋਏ ਹਨ। ਸਾਡੇ ਵਿੱਚ ਵੀ ਸ਼ੈਤਾਨ ਅਤੇ ਸਾਊ ਦੋਵੇਂ ਬਣਨ ਦੀਆਂ ਸੰਭਾਵਨਾਵਾਂ ਹਰ ਵੇਲੇ ਮੌਜੂਦ ਰਹਿੰਦੀਆਂ ਹਨ। ਇਹ ਜੋੜ ਧਾਰਮਿਕ ਵਿਅਕਤੀ ਨੂੰ ਹੀ ਵਿਖਾਈ ਦਿੰਦਾ ਹੈ। ਅਧਾਰਮਿਕ ਉਹ ਹੈ ਜਿਹੜਾ ਆਪਣਾ ਵੈਰੀ ਆਪ ਹੈ। ਵਿਖਾਵੇ ਦੇ ਹਾਰ ਆਕੜੇ ਹੋਏ ਸਿਰਾਂ ਨੂੰ ਹੀ ਪਾਏ ਜਾਂਦੇ ਹਨ। ਝੁਕਿਆ ਹੋਇਆ ਸਿਰ ਆਪਣਾ ਸ਼ਿੰਗਾਰ ਆਪ ਹੁੰਦਾ ਹੈ। ਝੁਕਿਆ ਹੋਇਆ ਹਿਰਦਾ ਬੁਰਾ ਨਹੀਂ ਹੋ ਸਕਦਾ। ਪਿਆਰ ਵਿੱਚ ਅਸੀਂ ਆਪਣੇ ਆਪ ਨੂੰ ਲੋਹਾ ਅਤੇ ਦੂਜੀ ਧਿਰ ਨੂੰ ਪਾਰਸ ਸਮਝਣ ਲੱਗ ਪੈਂਦੇ ਹਾਂ। ਆਤਮਾ ਅਤੇ ਪਰਮਾਤਮਾ ਵਿਚਕਾਰ ਵੀ ਅਜਿਹਾ ਹੀ ਸੰਬੰਧ ਉਜਾਗਰ ਹੋ ਜਾਂਦਾ ਹੈ। ਅਸੀਂ ਅਜੋਕੇ ਸੰਸਾਰ ਨੂੰ ਵਿਉਂਤ ਹੀ ਇਵੇਂ ਲਿਆ ਹੈ ਕਿ ਚੰਗੇ ਮਨੁੱਖ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਸਾਡੇ ਨਾਟਕ, ਨਾਵਲ, ਫਿਲਮਾਂ ਚੰਗੇ ਵਿਅਕਤੀਆਂ ਨੂੰ ਪੇਸ਼ ਨਹੀਂ ਕਰਦੇ। ਸਧਾਰਨ ਸਾਵੇਂ ਰਿਸ਼ਤਿਆਂ ਵੱਲ ਹੁਣ ਕੋਈ ਧਿਆਨ ਹੀ ਨਹੀਂ ਦਿੰਦਾ।
ਸਾਹਿਤ ਵਿੱਚ ਅਕਸਰ ਨਾਜਾਇਜ਼ ਰਿਸ਼ਤਿਆਂ ਦੀ ਹੀ ਪੇਸ਼ਕਾਰੀ ਹੋ ਰਹੀ ਹੈ। ਜੀਵਨ ਵਿੱਚ ਦੁੱਖ ਨਹੀਂ ਹੈ, ਦੁੱਖ ਜੀਵਨ ਜਿਉਣ ਦੇ ਢੰਗ ਵਿੱਚ ਹੈ। ਸਾਡੀਆਂ ਇਮਾਰਤਾਂ ਉੱਚੀਆਂ ਹੋ ਗਈਆਂ ਹਨ, ਸਾਡੇ ਇਰਾਦੇ ਨੀਵੇਂ ਹੋ ਗਏ ਹਨ, ਸੜਕਾਂ ਚੌੜੀਆਂ ਹੋ ਗਈਆਂ ਹਨ, ਸਾਡੀਆਂ ਸੋਚਾਂ ਤੰਗ ਹੋ ਗਈਆਂ ਹਨ, ਡਿਗਰੀਆਂ ਵੱਡੀਆਂ ਹੋ ਗਈਆਂ ਹਨ, ਬੁੱਧੀ ਛੋਟੀ ਹੋ ਗਈ ਹੈ, ਵਿਸ਼ੇਸ਼ਕ ਉਪਜ ਰਹੇ ਹਨ, ਹੱਲ ਲੋਪ ਹੋ ਗਏ ਹਨ, ਦਵਾਈਆਂ ਵੱਧ ਗਈਆਂ ਹਨ, ਤੰਦਰੁਸਤ ਹੋਣ ਦਾ ਅਹਿਸਾਸ ਗੁੰਮ ਗਿਆ ਹੈ। ਅਸੀਂ ਬੋਲਦੇ ਵਧੇਰੇ ਹਾਂ, ਸੁਣਦੇ ਘੱਟ ਹਾਂ। ਅਸੀਂ ਦੂਰ ਗ੍ਰਹਿ ਤੇ ਅਪੜ ਗਏ ਹਾਂ, ਪਰ ਗੁਆਂਢੀ ਨਾਲ ਮਿਲਣਾ ਭੁੱਲ ਗਏ ਹਾਂ। ਅਸੀਂ ਭੁਲਾੜ ਜਿੱਤ ਲਿਆ ਹੈ, ਪਰ ਅੰਦਰੋਂ ਹਾਰ ਗਏ ਹਾਂ। ਆਮਦਨਾਂ ਵੱਧ ਗਈਆਂ ਹਨ, ਇਖਲਾਕ ਘਟ ਗਿਆ ਹੈ, ਕੱਦ ਲੰਮੇ ਹੋ ਗਏ ਹਨ, ਚਰਿੱਤਰ ਸੁੰਗੜ ਗਿਆ ਹੈ। ਬਟੂਏ ਭਰ ਗਏ ਹਨ, ਪਰ ਰਿਸ਼ਤੇ ਖੋਖਲੇ ਹੋ ਗਏ ਹਨ। ਮਕਾਨ ਪੱਕੇ ਬਣਨ ਲੱਗ ਪਏ ਹਨ, ਪਰ ਘਰ ਅਤੇ ਪਰਿਵਾਰ ਟੁੱਟਣ ਲੱਗ ਪਏ ਹਨ। ਅਸੀਂ ਕੱਪੜੇ ਵਧਾ ਲਏ ਹਨ, ਪਰ ਰਿਵਾਜ ਨੰਗੇ ਹੋਣ ਦਾ ਅਪਣਾ ਲਿਆ ਹੈ। ਗੱਲਾਂ ਸੇਵਾ ਦੀਆਂ ਕਰਦੇ ਹਾਂ, ਪਰ ਸੋਚਦੇ ਲੁੱਟਣ ਬਾਰੇ ਹਾਂ। ਜਿਤਨੀਆਂ ਅਸੀਂ ਕਸਮਾਂ ਵਧੇਰੇ ਖਾਂਦੇ ਹਾਂ, ਉਤਨਾ ਹੀ ਅਸੀਂ ਝੂਠ ਵਧੇਰੇ ਬੋਲਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਇਸ ਸੰਸਾਰ ਵਿੱਚ ਬੁਰੇ, ਭੈੜੇ, ਨੀਚ ਵਿਅਕਤੀਆਂ ਤੋਂ ਦੂਰ ਨਹੀਂ ਰਿਹਾ ਜਾ ਸਕਦਾ, ਕਿਉਂਕਿ ਇਹ ਸਾਰੇ ਸਾਡੇ ਹੀ ਰੂਪ ਹਨ। ਲੋੜ ਆਪਣੇ ਆਪ ਨੂੰ ਪਛਾਣਨ ਅਤੇ ਸ਼ਰਮਸਾਰ ਹੋਣ ਦੀ ਹੈ। ਦੁਸ਼ਟ, ਪਾਪੀ ਜਾਂ ਦੁਰਾਚਾਰੀ ਨਰਕ ਵਿੱਚ ਨਹੀਂ ਜਾਂਦਾ, ਸਗੋਂ ਨਰਕ ਹੀ ਉਸ ਵਿੱਚ ਆ ਜਾਂਦਾ ਹੈ। ਮਨੁੱਖ ਆਪਣੇ ਆਪ ਨਾਲ ਹੀ ਛਲ ਕਪਟ ਕਰਨ ਵਿੱਚ ਮਾਹਿਰ ਹੋ ਗਿਆ ਹੈ ਅਤੇ ਕਿਸੇ ਨੂੰ ਵੀ ਪ੍ਰੇਮ ਕਰਨਾ ਭੁੱਲ ਗਿਆ ਹੈ। ਪ੍ਰੇਮ ਦੀ ਅਵਸਥਾ ਵਿੱਚ ਅਸੀਂ ਆਪਣੇ ਆਪ ਨੂੰ ਦਾਨ ਕਰ ਦਿੰਦੇ ਹਾਂ। ਜੰਗ ਯੁੱਧ ਵਿੱਚ ਸਮਰਪਣ ਦੇ ਅਰਥ ਹਾਰ ਤੋਂ ਹਨ, ਪਰ ਧਰਮ ਵਿੱਚ ਇਸ ਦੇ ਅਰਥ ਹਾਰ ਜਿੱਤ ਤੋਂ ਉੱਪਰ ਉੱਠ ਜਾਣ ਦੇ ਹਨ। ਸੱਚਾ ਧਰਮ ਕਹਿੰਦਾ ਹੈ ਕਿ ਇਸ ਸੰਸਾਰ ਵਿੱਚ ਜੋ ਅਸੀਂ ਲੈਂਦੇ ਹਾਂ ਉਹ ਨਹੀਂ, ਸਗੋਂ ਜੋ ਅਸੀਂ ਸੰਸਾਰ ਨੂੰ ਆਪਣੇ ਕੋਲੋਂ ਦਿੰਦੇ ਹਾਂ ਉਹ ਸਾਨੂੰ ਧਨਵਾਨ ਅਤੇ ਖੁਸ਼ਹਾਲ ਬਣਾਉਂਦਾ ਹੈ। ਇਹ ਜਾਣਨ ਵਾਸਤੇ ਕਿ ਅਸੀਂ ਕੁਝ ਨਹੀਂ ਜਾਣਦੇ, ਸਾਨੂੰ ਬਹੁਤ ਕੁਝ ਜਾਣਨਾ ਪੈਂਦਾ ਹੈ। ਤਿਆਗਣ ਨਾਲ ਹੀ ਪਤਾ ਲੱਗਦਾ ਹੈ ਕਿ ਸਾਡਾ ਕੀ ਹੈ। ਸਮੁੰਦਰ ਦੇ ਕੋਲ ਜਾ ਕੇ ਨਦੀ ਦੇ ਕੰਢੇ ਗਵਾਚ ਜਾਂਦੇ ਹਨ। ਨਦੀ ਫੈਲ ਜਾਂਦੀ ਹੈ, ਸਮੁੰਦਰ ਨੂੰ ਗਲ ਵਕੜੀ ਪਾ ਕੇ ਉਹ ਸਾਗਰ ਬਣ ਜਾਂਦੀ ਹੈ। ਜਦੋਂ ਤੁਹਾਡੇ ਵਿੱਚੋਂ ਕ੍ਰੋਧ ਵਿਦਾ ਹੋ ਜਾਵੇਗਾ, ਤੁਹਾਨੂੰ ਲੱਗੇਗਾ ਸਾਰਾ ਸੰਸਾਰ ਸ਼ਾਂਤ ਹੋ ਗਿਆ ਹੈ। ਜਦੋਂ ਤੁਹਾਡੇ ਵਿੱਚੋਂ ਵਿਰੋਧ ਗਵਾਚ ਜਾਵੇਗਾ, ਤੁਹਾਨੂੰ ਲੱਗੇਗਾ ਸਾਰਾ ਸੰਸਾਰ ਤੁਹਾਨੂੰ ਪ੍ਰੇਮ ਕਰਨ ਲਈ ਤਾਂਘ ਰਿਹਾ ਹੈ। ਜਦੋਂ ਤੁਹਾਡੇ ਵਿੱਚ ਤਿਆਗ ਅਤੇ ਪ੍ਰੇਮ ਜਾਗ ਪਵੇਗਾ, ਤੁਹਾਨੂੰ ਸਾਰੇ ਆਪਣੇ ਪ੍ਰਤੀਤ ਹੋਣ ਲੱਗ ਪੈਣਗੇ। ਨਿਰਵਾਣ ਉਪਰੰਤ ਯਾਨੀ ਗਿਆਨ ਹੋਣ ਤੋਂ ਬਾਅਦ ਬੁੱਧ ਨੂੰ ਇੱਕ ਭਿਕਸ਼ੂ ਨੇ ਪੁੱਛਿਆ ਕਿ ਸਾਨੂੰ ਦੱਸੋ ਤੁਹਾਨੂੰ ਕੀ ਮਿਲਿਆ ਹੈ। ਬੁੱਧ ਨੇ ਕਿਹਾ, ਮਿਲਿਆ ਕੁਝ ਵੀ ਨਹੀਂ, ਗਵਾਇਆ ਸਭ ਕੁਝ ਹੈ। ਜੋ ਮਿਲਿਆ ਹੈ ਉਹ ਤਾਂ ਪਹਿਲਾਂ ਹੀ ਮਿਲਿਆ ਹੋਇਆ ਸੀ। ਆਪਣਾ ਆਪ ਗਵਾਇਆ, ਅਗਿਆਨ ਗਵਾਇਆ, ਕ੍ਰੋਧ ਗਵਾਇਆ, ਵਿਰੋਧ ਗਵਾਇਆ, ਹੰਕਾਰ, ਹਉਮੈ, ਇਛਾਵਾਂ ਆਦਿ ਸਭ ਗਵਾਈਆਂ। ਗਵਾਉਣ ਦਾ ਆਨੰਦ ਮਿਲਿਆ। ਜੋ ਮਿਲਿਆ ਉਹ ਤਾਂ ਪਹਿਲਾਂ ਹੀ ਮੇਰੇ ਕੋਲ ਸੀ। ਸ਼ਾਂਤ ਅਤੇ ਸਹਿਜ ਅਵਸਥਾ ਵਿੱਚ ਬੈਠੇ ਬੁੱਧ ਸਾਨੂੰ ਵੀ ਕਹਿ ਰਹੇ ਹਨ, ਜੇ ਕੁਝ ਗਵਾਉਣਾ ਹੈ ਤਾਂ ਆ ਜਾਣਾ। ਸੋ ਇਸ ਦੇ ਨਾਲ ਹੀ ਇਹ ਲੇਖ ਵੀ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੇਖ ਨਾਲ। ਧੰਨਵਾਦ।